ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਦੋ ਨਵੇਂ ਨੋਟੀਫਿਕੇਸ਼ਨ ਸਬ ਇੰਸਪੈਕਟਰ ਐਂਡ ਕਾਂਸਟੇਬਲ ਇਨ ਟੈਕਨੀਕਲ ਐਂਡ ਸਪੋਰਟਸ ਐਡਮਿਨਿਸਟ੍ਰੇਟਰ। ਇਹ ਦੋ PDF ਮੈਂ ਇਸ ਲਈ ਓਪਨ ਕੀਤੇ ਕਿਉਂਕਿ ਇਹਨਾਂ ਦੀਆਂ ਜੋ ਕੁਆਲੀਫਿਕੇਸ਼ਨ ਸਿਲੇਬਸ ਆਲਮੋਸਟ ਸਾਰਾ ਕੁਝ ਸੇਮ ਹੀ ਹੈ, ਬਟ ਜੋ ਇਹਨਾਂ ਦੀ ਕਾਊਂਟਿੰਗ ਹੈ ਉਹ ਅਲੱਗ-ਅਲੱਗ ਹੈ ਵੀ ਜੋ ਸਬ ਇੰਸਪੈਕਟਰ ਨੇ ਉਹ ਕਿੰਨੀਆਂ ਆਈਆਂ, ਕਾਂਸਟੇਬਲ ਕਿੰਨੀਆਂ ਆਈਆਂ। ਠੀਕ ਹੈ, ਇਸ ਵੀਡੀਓ 'ਚ ਤੁਹਾਨੂੰ ਇਹਨਾਂ ਦੀ ਸਾਰੀ ਡਿਟੇਲ ਦੱਸੀ ਜਾਊਗੀ ਵੀ ਕੁਆਲੀਫਿਕੇਸ਼ਨ ਕੀ ਹੈ, ਕਿਹੜਾ ਅਪਲਾਈ ਕਰ ਸਕਦਾ, ਏਜ ਲਿਮਿਟ, ਫਿਜ਼ੀਕਲ ਟੈਸਟ ਬਾਰੇ, ਤੁਸੀਂ ਕਿਵੇਂ ਆਨਲਾਈਨ ਅਪਲਾਈ ਕਰਨਾ, ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਆਓ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਜੋ ਇਹ ਪੋਸਟਾਂ ਨੇ ਉਹ ਅੱਜ 9 ਵਜੇ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਦੀ ਜੋ ਲਾਸਟ ਡੇਟ ਹੈ ਉਹ ਹੈਗੀ 29 ਸਤੰਬਰ ਰਾਤ ਦੇ 12 ਵਜੇ ਤੱਕ। ਹੁਣ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀ ਜਿਹੜੀਆਂ ਸਬ ਇੰਸਪੈਕਟਰ ਦੀਆਂ ਪੋਸਟਾਂ ਨੇ ਉਹ ਆਈਆਂ ਨੇ 267, ਠੀਕ ਹੈ, ਤੇ ਜਿਹੜੀਆਂ ਕਾਂਸਟੇਬਲ ਦੀਆਂ ਪੋਸਟਾਂ ਨੇ ਉਹ ਆਈਆਂ ਨੇ 2340। ਇਹ ਇਹਨਾਂ ਦੀ ਸਾਰੀ ਕੈਟਾਗਰੀ ਵਾਈਜ਼ ਡਿਵਾਈਡ ਕੀਤੀਆਂ ਹੋਈਆਂ ਦੋਵੇਂ ਪੋਸਟ, ਤੇ ਇਸ ਦੇ ਵਿੱਚ ਸਪੋਰਟਸ ਕੋਟੇ ਵਾਲੇ ਵੀ ਅਪਲਾਈ ਕਰ ਸਕਦੇ। ਜਿਵੇਂ ਜਿਹੜੀਆਂ ਪੁਰਾਣੀਆਂ ਪੋਸਟਾਂ ਸੀਗੀਆਂ ਉਸ 'ਚ ਕੀ ਸੀਗਾ ਵੀ ਸਪੋਰਟਸ ਕੋਟੇ ਲਈ ਜੋ ਪੋਸਟ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਸੀ ਵੀ ਅਲੱਗ ਤੋਂ ਆਉਣਗੀਆਂ, ਵੀ ਸਪੋਰਟਸ ਕੋਟੇ 'ਚ ਅਪਲਾਈ ਨਹੀਂ ਕਰ ਸਕਦੇ, ਤੁਸੀਂ ਉੱਦਾਂ ਅਪਲਾਈ ਕਰ ਸਕਦੇ ਸੀ। ਜਿਵੇਂ ਕਿ ਤੁਸੀਂ ਹੁਣ ਇੱਥੇ ਸਕਰੀਨ ਤੇ ਦੇਖ ਸਕਦੇ ਹੋ ਵੀ ਜਿਹੜੀਆਂ ਇਹ ਪੋਸਟ ਨੇ ਇਹਨਾਂ ਬਾਰੇ ਇਸ ਡਿਪਾਰਟਮੈਂਟ 'ਚ ਇੰਨੀਆਂ ਪੋਸਟਾਂ ਆਈਆਂ ਕਿਉਂਕਿ ਟੋਟਲ ਇੱਦਾਂ ਸਮਝ ਲਓ ਵੀ 18 ਕੈਟਾਗਰੀਜ਼ ਨੇਗੀਆਂ ਅੱਗੇ ਪੋਸਟ ਦੀ। ਤੇ ਇਸ ਦਾ ਜੋ PDF ਹੈ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਜੋ ਸੈਲਰੀ ਹੈ ਸਬ ਇੰਸਪੈਕਟਰ ਦੀ ਉਹ ਹੈਗੀ 35400 ਤੇ ਜੋ ਕਾਂਸਟੇਬਲ ਹੈ ਉਹਦੀ ਹੈਗੀ ਹੈ 19900। ਜੋ ਏਜ ਲਿਮਿਟ ਹੈ ਉਹ ਦੋਵਾਂ ਦੀ ਸੇਮ ਹੈ। ਮਿਨੀਮਮ ਏਜ ਲਿਮਿਟ ਹੈਗੀ 18 ਸਾਲ, ਮੈਕਸਿਮਮ ਏਜ ਲਿਮਿਟ ਹੈਗੀ 28 ਸਾਲ। ਪਰ ਜੋ ਇਹ ਦੋਵੇਂ ਏਜ ਲਿਮਿਟਸ ਨੇ ਵੀ ਇਹ 1 ਜਨਵਰੀ 2021 ਤੱਕ ਹੋਣੇ ਚਾਹੀਦੇ। ਵੀ ਤੁਸੀਂ ਜੋ ਆਪਣੀ ਡੇਟ ਦੇਖਣੀ ਹੈ ਵੀ ਕਿੰਨੀ ਆ ਉਹ 1/1/2021 ਨੂੰ ਦੇਖਣੀ ਹੈ ਵੀ ਉਦੋਂ ਤੁਸੀਂ ਕਿੰਨੇ ਸਾਲ ਦੇ ਸੀ, ਉਸ ਹਿਸਾਬ ਨਾਲ। ਹੁਣ ਆਪਾਂ ਇੱਕ PDF ਤੇ ਹੋ ਜਾਂਦੇ ਹਾਂ ਕਿਉਂਕਿ ਆਲਮੋਸਟ ਹਰ ਇੱਕ ਚੀਜ਼ ਸੇਮ ਹੀ ਹੈਗੀ ਕਿਉਂਕਿ ਮੈਂ ਸਾਰੀ ਚੈੱਕ ਕਰ ਲਈ ਸੀ, ਇਸ ਲਈ ਤੁਹਾਨੂੰ ਇਦਾਂ ਦੋਵੇਂ PDF 'ਚ ਕਨਫਿਊਜ਼ਨ ਹੋ ਜਾਏਗੀ। ਸੋ ਤੁਹਾਨੂੰ ਮੈਂ ਇੱਕ PDF 'ਚ ਦੱਸ ਦਿੰਦਾ। ਹਾਂਜੀ, ਜੋ ਮਿਨੀਮਮ ਹਾਈਟ ਹੈ ਮੇਲ ਲਈ ਉਹ ਹੈਗੀ 5 ਫੁੱਟ 4 ਇੰਚ, ਚਾਹੇ ਉਹ ਸਬ ਇੰਸਪੈਕਟਰ ਦੀ ਪੋਸਟ ਭਰ ਰਿਹਾ ਚਾਹੇ ਕਾਂਸਟੇਬਲ। ਜੋ ਫੀਮੇਲ ਆ ਉਹਦੇ ਲਈ ਹੈਗੀ 5 ਫੁੱਟ। ਜੋ ਐਜੂਕੇਸ਼ਨ ਕੁਆਲੀਫਿਕੇਸ਼ਨਸ ਨੇ ਉਹ ਤੁਸੀਂ ਬੈਚਲਰ ਡਿਗਰੀ ਹੋਣੇ ਚਾਹੀਦੇ ਹੋ ਜਾਂ ਫਿਰ ਮਾਸਟਰ ਡਿਗਰੀ। ਕਿਹੜੇ ਫੀਲਡ 'ਚ? ਕੰਪਿਊਟਰ ਸਾਇੰਸ, ਇਲੈਕਟ੍ਰੋਨਿਕਸ, ਇੰਸਟਰੂਮੈਂਟੇਸ਼ਨ, ਕਮਿਊਨੀਕੇਸ਼ਨ, IT, ਮੈਕਟ੍ਰੋਨਿਕਸ, ਕੰਪਿਊਟਰ ਐਪਲੀਕੇਸ਼ਨ, ਡਾਟਾ ਸਾਇੰਸ, ਕੰਪਿਊਟਰ ਸਾਇੰਸ ਐਂਡ ਐਲਿਡ ਫੀਲਡਸ। ਮਤਲਬ ਕੰਪਿਊਟਰ ਸਾਇੰਸ ਦੇ ਨਾਲ ਦੇ ਜੋ ਫੀਲਡ ਨੇ ਉਸ 'ਚ ਤੁਸੀਂ ਜੇਕਰ ਬੈਚਲਰ ਡਿਗਰੀ ਕੀਤੀ ਹੈ ਜਾਂ ਫਿਰ ਮਾਸਟਰ ਡਿਗਰੀ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ। ਲੇਕਿਨ ਜੇਕਰ ਤੁਸੀਂ ਸਿਸਟਮ ਐਡਮਿਨਿਸਟ੍ਰੇਸ਼ਨ ਦੀ ਪੋਸਟ ਫਿਲ ਕਰਨੀ ਤਾਂ ਤੁਸੀਂ ਨਾਲ ਐਸੋਸੀਏਟ ਮੈਂਬਰ ਵੀ ਹੋਣੇ ਚਾਹੀਦੇ ਹੋ ਇੰਸਟੀਟਿਊਸ਼ਨ ਆਫ ਇੰਜੀਨੀਅਰਸ ਇਨ ਕੰਪਿਊਟਰ ਸਾਇੰਸ। ਜੋ OSINT ਐਨਾਲਿਸਿਸ ਦੀ ਪੋਸਟ ਹੈ ਇਹਦੇ ਲਈ ਬੈਚਲਰ ਡਿਗਰੀ ਨਾਲ ਮਿਨੀਮਮ 1 ਸਾਲ ਦਾ ਕੋਰਸ ਹੋਣਾ ਚਾਹੀਦਾ ਹੈ OSINT ਦਾ। ਉਸ ਤੋਂ ਬਾਅਦ ਜੋ ਪੋਸਟ ਆਉਂਦੀਆਂ ਕਮਿਊਨਿਟੀ ਵਿਕਟਮ ਸਪੋਰਟ ਐਂਡ ਕਾਉਂਸਲਿੰਗ ਸਰਵਿਸਿਜ਼। ਇਸ 'ਚ ਜਿਹੜੀ ਕਮਿਊਨਿਟੀ ਵਿਕਟਮ ਸਪੋਰਟ ਹੈ ਉਹਦੇ ਲਈ ਤੁਹਾਡੇ ਕੋਲ ਬੈਚਲਰ ਜਾਂ ਮਾਸਟਰ ਡਿਗਰੀ ਕੋਈ ਵੀ ਹੋਣੀ ਚਾਹੀਦੀ ਹੈ ਕਿ ਕਿਸ ਦੇ ਵਿੱਚ? ਸਾਈਕੋਲੋਜੀ, ਸੋਸ਼ੀਓਲੋਜੀ, ਸੋਸ਼ਲ ਵਰਕ। ਸੇਮ ਫॉर ਕਮਿਊਨਿਟੀ ਕਾਉਂਸਲਿੰਗ। ਉਸ ਤੋਂ ਬਾਅਦ ਆਉਂਦੀ ਹੈ ਜੀ ਫੋਰੈਂਸਿਕ ਸਾਇੰਸ। ਉਹਦੇ ਵਿੱਚ ਜਿਹੜੀਆਂ ਪੋਸਟ ਨੇ ਉਹ ਹੈਗੀਆਂ ਫੋਰੈਂਸਿਕ ਐਨਾਲਿਸਿਸ ਦੀਆਂ। ਉਹਦੇ ਲਈ ਕੀ ਚਾਹੀਦਾ? ਬੈਚਲਰ ਮਾਸਟਰ ਡਿਗਰੀ ਇਨ ਫੋਰੈਂਸਿਕ ਸਾਇੰਸ ਕਿਸੇ ਵੀ ਯੂਨੀਵਰਸਿਟੀ। ਸੇਮ ਕਿਹਦੇ ਲਈ ਹੈ? ਕੰਪਿਊਟਰ/ਡਿਜੀਟਲ ਫੋਰੈਂਸਿਕ ਐਨਾਲਿਸਿਸ। ਜਿਹੜੀ ਹਿਊਮਨ ਰਿਸੋਰਸ ਮੈਨੇਜਮੈਂਟ ਦੀ ਪੋਸਟ ਹੈ ਇਹ 'ਚ ਤੁਸੀਂ ਬੈਚਲਰ ਜਾਂ ਮਾਸਟਰ ਡਿਗਰੀ ਹੋਣੇ ਚਾਹੀਦੇ ਹੋ ਮੈਨੇਜਮੈਂਟ ਜਾਂ ਕਮਰਸ ਦੇ ਵਿੱਚ। ਯਾਨੀ ਕਿ ਜਿਹੜੇ BCom ਵਾਲੇ ਨੇ ਉਹ ਵੀ ਅਪਲਾਈ ਕਰ ਸਕਦੇ ਆ, ਜੋ MBA ਵਾਲੇ ਹੈਗੇ ਕਿ ਉਹ ਵੀ ਅਪਲਾਈ ਕਰ ਸਕਦੇ। ਹਾਂਜੀ, ਇੱਕ ਚੀਜ਼ ਹੋਰ ਕਿ ਜਿਹੜੀਆਂ ਇਹ 6 ਪੋਸਟ ਠੀਕ ਹੈ ਸਾਈਬਰ ਸਿਕਿਉਰਿਟੀ, GIS, ਡਾਟਾ ਮਾਈਨਿੰਗ, OSINT ਐਨਾਲਿਸਿਸ, ਕੰਪਿਊਟਰ/ਡਿਜੀਟਲ ਫੋਰੈਂਸਿਕ ਐਨਾਲਿਸਿਸ ਤੇ ਸਾਈਬਰ ਕ੍ਰਾਈਮ। ਇਹਨਾਂ ਲਈ 10ਵੀਂ 'ਚ ਪੰਜਾਬੀ ਪਾਸ ਹੋਣਾ ਨਹੀਂ ਜ਼ਰੂਰੀ ਹੈ। ਤੇ ਜਿਹੜੇ ਸਪੋਰਟਸ ਕੈਟਾਗਰੀ ਹੈ ਉਹਨਾਂ ਲਈ ਆਹ ਵਾਲੀਆਂ ਸਪੋਰਟਸ ਹੋਣੀ ਚਾਹੀਦੀ। ਦੇਖੋ ਤੁਸੀਂ ਦੇਖ ਸਕਦੇ ਹੋ ਆਰਚਰੀ, ਐਥਲੈਟਿਕਸ, ਬਾਸਕਟਬਾਲ, ਬਾਡੀ ਬਿਲਡਿੰਗ, ਬਾਕਸਿੰਗ, ਫੁੱਟਬਾਲ, ਇਹ ਸਾਰੀਆਂ ਜਿਹੜੀਆਂ ਸਪੋਰਟਸ ਵਾਲੇ ਜੋ ਸਪੋਰਟਸ ਪਰਸਨ ਨੇ ਉਹ ਐਲੀਜੀਬਲ। ਤੇ ਆ ਅੱਗੇ ਹੈਗੇ ਜਿਹੜੇ ਓਲੰਪਿਕ ਗੇਮਸ ਨੇ ਉਹਦੇ ਲਈ ਤੁਹਾਨੂੰ ਕਿੰਨੇ ਪੁਆਇੰਟ ਨੇਗੇ, ਵਰਲਡ ਕੱਪ, ਵਰਲਡ ਚੈਂਪੀਅਨਸ਼ਿਪ ਉਹਦੇ ਲਈ ਕਿੰਨੇ ਪੁਆਇੰਟ, ਏਸ਼ੀਅਨ ਗੇਮਸ ਲਈ ਕਿੰਨੇ ਪੁਆਇੰਟ ਨੇ, ਕਾਮਨਵੈਲਥ ਗੇਮਸ ਲਈ ਕਿੰਨੇ ਪੁਆਇੰਟ ਨੇ, ਏਸ਼ੀਅਨ ਚੈਂਪੀਅਨਸ਼ਿਪ ਲਈ ਕਿੰਨੇ ਪੁਆਇੰਟ ਨੇ, ਸਾਰੇ ਤੁਸੀਂ PDF 'ਚ ਦੇਖ ਸਕਦੇ ਹੋ। ਉਸ ਤੋਂ ਬਾਅਦ ਆਉਂਦਾ ਜੀ ਸਿਲੈਕਸ਼ਨ ਪ੍ਰੋਸੈਸ। ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਇਹ 2 ਫੇਸਿਸ ਦੇ ਵਿੱਚ ਹੋਏਗਾ। ਜਿਹੜਾ ਫੇਸ 1 ਹੈ ਉਹਦੇ ਵਿੱਚ 2 ਕੰਪਿਊਟਰ ਬੇਸਡ ਟੈਸਟ ਹੋ। ਸਿਲੇਬਸ 'ਚ ਇੱਕ ਚੀਜ਼ ਹੋਰ ਹੈਗੀ ਆ ਵੀ ਜੇਕਰ ਜਿੱਦਾਂ ਤੁਹਾਨੂੰ ਉੱਪਰ ਦੱਸਿਆ ਵੀ ਇਸ ਦੀਆਂ ਕੈਟਾਗਰੀਜ਼ ਨੇ ਉਹ 18 ਨੇ। 18 ਕੈਟਾਗਰੀ 'ਚੋਂ ਤੁਸੀਂ ਜਿੰਨੀਆਂ ਕੈਟਾਗਰੀਆਂ ਫਿਲ ਕਰੋਗੇ ਠੀਕ ਹੈ ਤੁਹਾਡਾ ਉਨਾ ਹੀ ਜ਼ਿਆਦਾ ਸਿਲੇਬਸ ਇਨਕਰੀਜ਼ ਹੁੰਦਾ ਜਾਏਗਾ
ਕਿਉਂਕਿ ਹਰ ਪੋਸਟ ਦਾ ਅਲੱਗ ਸਿਲੇਬਸ। ਸੋ ਟੈਸਟ ਤੋਂ ਬਾਅਦ ਜਿਹੜੇ ਸਪੋਰਟਸ ਪਰਸਨ ਨੇ ਉਹਨਾਂ ਦੀਆਂ ਸਪੋਰਟਸ ਜਿਹੜੀਆਂ ਅਚੀਵਮੈਂਟ ਨੇ ਉਹਨਾਂ ਲਈ ਹੋਏਗੀ ਚੈਕਿੰਗ ਉਹਨਾਂ ਦੀ, ਤੇ ਜਿਨ੍ਹਾਂ ਦਾ ਇਹ ਜਿਹੜਾ ਟੈਸਟ ਹੈ ਉਹ ਕਲੀਅਰ ਹੁੰਦਾ, ਉਸ ਤੋਂ ਬਾਅਦ ਸ਼ਾਰਟ ਲਿਸਟ ਜੋ ਹੋਣਗੇ ਕੈਂਡੀਡੇਟਸ ਉਹਨਾਂ ਨੂੰ ਫਿਜ਼ੀਕਲ ਅਮੇਅਰਮੈਂਟ ਜਿਹੜਾ ਟੈਸਟ ਹੈ ਉਹਦੇ ਲਈ ਬੁਲਾਇਆ ਜਾਏਗਾ। ਦੈਨ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ, ਉਸ ਤੋਂ ਬਾਅਦ ਚੈੱਕ ਹੋਣਗੇ ਡਾਕੂਮੈਂਟਸ। ਜਿਹੜੇ ਦੋ ਕੰਪਿਊਟਰ ਬੇਸਡ ਟੈਸਟ ਹੋਣਗੇ ਉਹ 100 ਨੰਬਰਾਂ ਦੇ ਹੋਣਗੇ। ਜਿਹੜਾ ਟੈਸਟ ਇੱਕ ਹੋਏਗਾ ਉਹਦੇ ਵਿੱਚ 20 ਨੰਬਰਾਂ ਦੇ ਆਏਗੀ ਜੀਕੇ, ਵਰਲਡ ਹਿਸਟਰੀ, ਜਿਓਗ੍ਰਾਫੀ, ਇਕਨੋਮਿਕਸ, ਸਾਇੰਸ, ਇਨਵਾਇਰਨਮੈਂਟਲ ਸਾਇੰਸ, ਕਰੰਟ ਅਫੇਅਰਸ, ਇੰਡੀਅਨ ਪੋਲਿਟੀ, ਕਨਸਟੀਟਿਊਸ਼ਨ ਆਫ ਇੰਡੀਆ, ਬੇਸਿਕ ਨੌਲੇਜ ਆਫ ਲਾਜ਼, ਇੰਟਰਨੈਸ਼ਨਲ ਅਫੇਅਰਸ। ਜਿਹੜਾ 30 ਨੰਬਰ ਦਾ ਹੈਗਾ ਉਹਦੇ ਵਿੱਚ ਕੀ ਹੋਏਗਾ ਕੁਆਂਟੀਟੇਟਿਵ ਐਪਟੀਟਿਊਡ, ਲੌਜੀਕਲ ਰੀਜ਼ਨਿੰਗ, ਨਿਊਮੈਰੀਕਲ ਐਪਟੀਟਿਊਡ। ਅੱਗੇ 30 ਨੰਬਰ ਦੇ ਵਿੱਚ ਕੀ ਹੈਗਾ ਉਹਦੇ ਵਿੱਚ ਇੰਗਲਿਸ਼ ਲੈਂਗੁਏਜ ਹੈਗੀ, ਉਹਦੇ ਰਿਲੇਟਡ ਸਾਰੇ ਹੋਣਗੇ ਕੁਐਸਚਨਸ, ਉਹਦੀ ਗ੍ਰਾਮਰ ਵਗੈਰਾ ਉਹ ਸਾਰਾ ਕੁਝ। ਤੇ ਜਿਹੜੇ ਅੱਗੇ 20 ਮਾਰਕਸ ਨੇ ਉਹਦੇ ਵਿੱਚ ਕੀ ਹੈਗਾ ਆਪਣੇ ਕੰਪਿਊਟਰ ਦੀ ਬੇਸਿਕ ਨੌਲੇਜ, ਯਾਨੀ ਕਿ ਕੰਪਿਊਟਰ ਹਾਰਡਵੇਅਰ, MS ਆਫਿਸ, ਉਹਦੇ ਰਿਲੇਟਡ ਸਾਰਾ ਕੁਝ ਜੋ ਕਨਸੈਪਟਸ ਨੇ ਉਹ। ਤੇ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਏਗੀ, 25% ਤੁਹਾਡੇ ਨੰਬਰ ਯਾਨੀ ਕੱਟੇ ਜਾਣਗੇ ਇੱਕ ਰੋਂਗ ਆਨਸਰ ਦੇ ਲਈ। ਉਸ ਤੋਂ ਬਾਅਦ ਆਉਂਦਾ ਜੀ ਟੈਸਟ 2, ਜਿਹੜਾ ਇਹ ਸੈਕਿੰਡ ਟੈਸਟ ਹੋਏਗਾ। ਇਹ ਜਿਹੜੀ ਤੁਸੀਂ ਪੋਸਟ ਅਪਲਾਈ ਕੀਤੀ ਆ ਉਹਦੇ ਹਿਸਾਬ ਨਾਲ ਹੋਏਗਾ ਵੀ ਤੁਸੀਂ ਕਿਹੜੇ ਉਹ ਚ ਡੋਮੇਨ ਚ ਯਾਨੀ ਕਿ ਅਪਲਾਈ ਕੀਤਾ, ਕੈਟਾਗਰੀ ਚ ਅਪਲਾਈ ਕੀਤਾ ਹੈਗਾ। ਕੈਟਾਗਰੀ ਇਨ ਦਾ ਸੈਂਸ ਵੀ ਤੁਸੀਂ ਸਾਈਬਰ ਕ੍ਰਾਈਮ ਚ ਅਪਲਾਈ ਕੀਤਾ ਜਾਂ ਫਿਰ ਡਾਟਾ ਮਾਈਨ ਕੀਤਾ, ਕਿਹੜੇ ਚ ਅਪਲਾਈ, ਉਹ ਜਿਹੜਾ ਉਹਦੇ ਹਿਸਾਬ ਨਾਲ ਸਿਲੇਬਸ ਉਸ ਹਿਸਾਬ ਨਾਲ। ਸੇਮ ਇਹਦੇ ਵਿੱਚ ਵੀ 25% ਨੈਗੇਟਿਵ ਮਾਰਕਿੰਗ। ਉਸ ਤੋਂ ਬਾਅਦ ਹੋਏਗੀ ਵੈਲੂਏਸ਼ਨ ਪ੍ਰੋਸੈਸ। ਇਹ ਚ ਕੀ ਹੋਏਗਾ ਕਿ ਉਸ ਤੋਂ ਬਾਅਦ ਜਿਹੜਾ ਤੁਹਾਡਾ ਸੈਕਿੰਡ ਟੈਸਟ ਹੋਏਗਾ ਉਹਦੇ ਨੰਬਰ ਹੈ ਉਹ ਜਿਹੜੇ ਟੈਸਟ ਇੱਕ ਚ ਐਡ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਤੁਹਾਡੀ ਜਿਹੜੀ ਸ਼ਾਰਟ ਲਿਸਟ ਬਣੇਗੀ 200 ਨੰਬਰ ਦੇ ਵਿੱਚ, ਉਹ ਜੇਕਰ ਤੁਸੀਂ ਇੱਕ ਉਸ ਚੋਂ ਇੱਕ ਹੀ ਯਾਨੀ ਕਿ ਸਮਝ ਲਓ ਵੀ ਆਪਣੀ ਡੋਮੇਨ ਚ ਸਪੈਸ਼ਲਾਈਜ਼ੇਸ਼ਨ ਚ ਅਪਲਾਈ ਕੀਤਾ ਤਾਂ ਹੋ ਜਾਏਗਾ। ਨਹੀਂ ਫਿਰ ਇਦਾਂ ਹੈ ਕਿ ਸ਼ੈਲ ਬੀ ਕੰਸੀਡਰਡ ਐਜ਼ ਮੈਨੀ ਟਾਈਮ ਸੈਪਰੇਟਲੀ, ਵੀ ਮਤਲਬ ਹਰ ਕੈਟਾਗਰੀ ਚ ਤੁਹਾਨੂੰ ਅਲੱਗ-ਅਲੱਗ ਸੈਪਰੇਟਲੀ ਕੰਸੀਡਰ ਕੀਤਾ ਜਾਏਗਾ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਸਪੈਸ਼ਲਾਈਜ਼ੇਸ਼ਨ ਪੋਸਟ ਅਪਲਾਈ ਕੀਤਾ। ਠੀਕ ਹੈ। ਉਸ ਤੋਂ ਬਾਅਦ ਹੋਏਗੀ ਨਾਰਮਲਾਈਜੇਸ਼ਨ। ਇਹ ਤਾਂ ਆਪਣਾ ਹੋ ਗਿਆ ਸੀਗਾ ਕਿ ਜਿਹੜੀ ਫਿਜ਼ੀਕਲ ਮੇਅਰਮੈਂਟ ਹੈ ਉਹਦੇ ਵਿੱਚ ਕੀ ਚਾਹੀਦਾ ਹੈਗਾ। ਉਸ ਤੋਂ ਬਾਅਦ ਆਉਂਦਾ ਹੈ ਫਿਜ਼ੀਕਲ ਸਕਰੀਨਿੰਗ ਟੈਸਟ। ਜੋ ਮੇਲਸ ਨੇ ਐਕਸ ਸਰਵਿਸਮੈਨ ਨੂੰ ਛੱਡ ਕੇ ਉਹਨਾਂ ਲਈ ਕੀ ਹੈ 1200 ਮੀਟਰ ਰੇਸ ਹੈ 9 ਮਿੰਟ ਦੇ ਵਿੱਚ, ਲੌਂਗ ਜੰਪ 2 ਮੀਟਰ, ਹਾਈ ਜੰਪ 0.70 ਮੀਟਰ। ਜਿਹੜੇ ਸਰਵਿਸਮੈਨ ਨੇ ਉਹਨਾਂ ਲਈ 1400 ਮੀਟਰ ਹੈਗੀ ਹੈ 12 ਮਿੰਟ ਦੇ ਵਿੱਚ ਤੇ 8 ਫੁੱਲ ਸਕੁਐਰਸ। ਤੇ ਜਿਹੜੇ 35 ਸਾਲ ਤੋਂ ਉੱਪਰ ਐਕਸ ਸਰਵਿਸਮੈਨ ਨੇ ਉਹਨਾਂ ਲਈ ਹੈਗੀ ਹੈ 1400 ਮੀਟਰ 15 ਮਿੰਟ ਦੇ ਵਿੱਚ ਤੇ 5 ਫੁੱਲ। ਜਿਹੜੀਆਂ ਫੀਮੇਲ ਕੈਂਡੀਡੇਟਸ ਨੇ ਐਕਸ ਸਰਵਿਸਮੈਨ ਨੂੰ ਛੱਡ ਕੇ ਉਹਨਾਂ ਨੂੰ 800 ਮੀਟਰ 6 ਮਿੰਟ ਦੇ ਵਿੱਚ, ਲੌਂਗ ਜੰਪ 1.5 ਮੀਟਰ, ਹਾਈ ਜੰਪ 0.50 ਮੀਟਰ। ਜਿਹੜੀਆਂ ਐਕਸ ਸਰਵਿਸਮੈਨ ਫੀਮੇਲ ਕੈਂਡੀਡੇਟਸ ਨੇ 35 ਸਾਲ ਤੋਂ ਘੱਟ ਉਹਨਾਂ ਲਈ ਕੀ ਹੈ 700 ਮੀਟਰ 7 ਮਿੰਟ ਦੇ ਵਿੱਚ, 5 ਫੁੱਲ ਸਕੁਐਰ। ਤੇ ਜਿਹੜੇ 35 ਸਾਲ ਤੋਂ ਉੱਪਰ ਹੋਣਗੇ ਉਹਨਾਂ ਲਈ ਹੈਗੇ 700 ਮੀਟਰ 9 ਮਿੰਟ ਦੇ ਵਿੱਚ ਤੇ ਫੁੱਲ ਸਕੁਐਰਸ। ਤੇ ਜਿਹੜੇ ਇਹ ਫਿਜ਼ੀਕਲ ਟੈਸਟ ਹੈ ਇਹ ਚ ਕੁਆਲੀਫਾਈ ਹੋਣਾ ਜ਼ਰੂਰੀ। ਜੇਕਰ ਤੁਸੀਂ ਕੁਆਲੀਫਾਈ ਨਹੀਂ ਹੁੰਦੇ ਜਾਂ ਉੱਪਰ ਜਿਹੜੇ ਫਿਜ਼ੀਕਲ ਸਕਰੀਨ ਟੈਸਟ ਹੈ ਜਿਸ ਦੇ ਵਿੱਚ ਸਾਰਾ ਕੁਝ ਇਹ ਹੈ ਉਹ ਚ ਤੁਸੀਂ ਕੁਆਲੀਫਾਈ ਨਹੀਂ ਹੁੰਦੇ ਤਾਂ ਤੁਹਾਨੂੰ ਡਿਸਕੁਆਲੀਫਾਈ ਕਰਨਾ ਦਿੱਤਾ ਜਾਏਗਾ। ਉਸ ਤੋਂ ਬਾਅਦ ਆਉਂਦੀ ਜੀ ਐਪਲੀਕੇਸ਼ਨ ਫੀਸ। ਜਿਹੜੀ ਜਨਰਲ ਦੀ ਉਹ ਹੈਗੀ 2000 ਰੁਪਏ, SC ST ਤੇ BC ਦੀ ਹੈਗੀ 1100, EWS ਦੀ ਹੈਗੀ 1100 ਤੇ ਐਕਸ ਸਰਵਿਸਮੈਨ ਦੀ ਹੈਗੀ ਜੀ 900 ਰੁਪਏ। ਇਹ ਤੁਸੀਂ ਕਿਵੇਂ ਅਪਲਾਈ ਫੀਸ ਕਿੱਦਾਂ ਫਿਲ ਕਰਨੀ ਹੈ, ਆਨਲਾਈਨ ਤੁਸੀਂ ਫਿਲ ਕਰ ਸਕਦੇ। ਇਹ ਉਸ ਤੋਂ ਬਾਅਦ ਆ ਗਿਆ ਜੀ ਸਿਲੇਬਸ। ਇਸ ਸਿਲੇਬਸ ਦੀ ਅਲੱਗ PDF ਵੀ ਤੁਹਾਨੂੰ ਆਪਾਂ ਪ੍ਰੋਵਾਈਡ ਕਰਵਾ ਦੇਣਗੇ ਵੀ ਜਿਹੜਾ ਟੈਸਟ 2 ਹੋਏਗਾ ਯਾਨੀ ਕਿ ਅਲੱਗ-ਅਲੱਗ ਉਸ ਦਾ ਉਹ ਇਹਨਾਂ ਵਿੱਚੋਂ ਹੋਏਗਾ। ਲਾਈਕ ਜੇ ਤੁਸੀਂ ਜਿਹੜੀ ਸਾਈਬਰ ਸਿਕਿਉਰਿਟੀ ਚ ਅਪਲਾਈ ਕੀਤਾ ਜਿਹੜਾ ਤੁਹਾਡਾ ਟੈਸਟ 2 ਹੈ ਉਹ ਇੰਨੇ ਸਿਲੇਬਸ ਦੇ ਵਿੱਚੋਂ ਆਏਗਾ, ਯਾਨੀ ਕਿ ਇਸ ਪੋਸਟ ਦੀ ਜਿਹੜੀ ਸਪੈਸ਼ਲਾਈਜੇਸ਼ਨ ਹੋ ਉਸ ਦੇ ਅਕੋਰਡਿੰਗ ਹੋਏਗਾ। ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਵੀ ਇਹ ਪੋਸਟ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ। ਇਹ ਹੈਗਾ ਪੰਜਾਬ ਪੁਲਿਸ ਦਾ ਜਿੱਥੇ ਆਪਾਂ ਦੂਜੀਆਂ ਸਾਰੀ ਪੋਸਟ ਵਗੈਰਾ ਅਪਲਾਈ ਕਰਦੇ ਹਾਂ। ਜੇਕਰ ਤੁਸੀਂ ਆਲਰੇਡੀ ਪਹਿਲਾਂ ਦੂਜੀਆਂ ਪੋਸਟਾਂ ਅਪਲਾਈ ਕੀਤੀਆਂ ਤਾਂ ਤੁਹਾਡੇ ਕੋਲੇ ਤੁਹਾਡੀ ਲੌਗਇਨ ID ਹੋਏਗੀ। ਦੈਨ ਤੁਸੀਂ ਜੋ ਲੌਗਇਨ ਹੈ ਉਸ ਤੇ ਕਲਿੱਕ ਕਰਕੇ ਆਪਣੀ ID ਓਪਨ ਕਰ ਲਓਗੇ। ਜੇਕਰ ਤੁਸੀਂ ID ਨਹੀਂ ਬਣਾਈ ਹੋਈ, ਇਸ ਤੋਂ ਪਹਿਲਾਂ ਕੋਈ ਪੰਜਾਬ ਪੁਲਿਸ ਦੀ ਜਿਹੜੀ ਪੋਸਟ ਹੈ ਤੁਸੀਂ ਅਪਲਾਈ ਨਹੀਂ ਕੀਤੀ, ਦੈਨ ਤੁਸੀਂ ਰਜਿਸਟਰ ਤੇ ਕਲਿੱਕ ਕਰੋਗੇ। ਰਜਿਸਟਰ ਤੇ ਕਲਿੱਕ ਕਰਕੇ ਤੁਸੀਂ ਆਪਣੀ ID ਬਣਾ ਕੇ ਉਸ ਤੋਂ ਬਾਅਦ ਤੁਸੀਂ ID ਲੌਗਇਨ ਕਰੋ। ਜਾਂ ਤੁਸੀਂ ID ਲੌਗਇਨ ਕਰੋਗੇ ਤਾਂ ਤੁਹਾਡੇ ਕੋਲੇ ਇਦਾਂ ਦਾ ਪੇਜ ਆਏਗਾ। ਇਸ ਦੇ ਵਿੱਚ ਤੁਸੀਂ ਸਿਲੈਕਟ ਕਰਨਾ ਜੇਕਰ ਤੁਸੀਂ ਸਬ ਇੰਸਪੈਕਟਰ ਦੀ ਪੋਸਟ ਫਿਲ ਕਰਨੀ ਤਾਂ SI ਟੈਕਨੀਕਲ ਐਂਡ ਸਪੋਰਟ ਸਰਵਿਸਿਜ਼। ਠੀਕ ਹੈ। ਉਸ ਤੋਂ ਬਾਅਦ ਕ੍ਰੀਏਟ ਨਿਊ ਐਪਲੀਕੇਸ਼ਨ ਕਲਿੱਕ ਫॉर ਨਿਊ ਐਪਲੀਕੇਸ਼ਨ। ਦੈਨ ਉਸ 'ਚ ਸਾਰਾ ਜੋ ਫਾਰਮ ਤੁਸੀਂ ਫਿਲ ਕਰ ਲੈਣਾ। ਜੇ ਕਾਂਸਟੇਬਲ ਦੀ ਭਰਨੀ ਹੈ ਤਾਂ ਜਿਹੜਾ ਕਾਂਸਟੇਬਲ ਹੈ ਉਸ ਤੇ ਕਲਿੱਕ ਕਰਨਾ। ਸੋ ਅੱਜ ਦੀ ਵੀਡੀਓ 'ਚ ਇੰਨਾ ਹੀ। ਧੰਨਵਾਦ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।